जाकै मन विश्वास प्रभ आया, तत् ज्ञान तिस मन प्रगटाया। पै ते निरभउ होए बसाना, जिस ते उपजिया तिस माहि समाना। जिन्हों विश्वास आ गया पूरा भी ठीक है, जो किया जा रहा यह सत्य है, ਉਹਦੇ ਅੰਦਰ ਫਿਰ ਗਿਆਨ ਪੈਦਾ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਹੈ ਜਿਹੜੇ ਕਿਤੇ ਹੋਰ ਜੁੜੇ ਹੋਏ ਹਨ। ਹੁਣ ਵਿਸ਼ਵਾਸ ਆਉਂਦਾ ਹੀ ਤੇ ਉਹ ਜੋੜ ਟੁੱਟ ਜਾਂਦਾ ਨਾ, ਜਿੱਥੇ ਜੁੜੇ ਹੋਏ ਸਨ। ਟੁੱਟਿਆ ਤੇ ਨਹੀਂ ਹੈ, ਇਹਦਾ ਮਤਲਬ ਉਧਰ ਵਿਸ਼ਵਾਸ ਜ਼ਿਆਦਾ ਪੱਕਾ ਹੈ ਜਿੱਧਰ ਜੁੜੇ ਹੋਏ ਸਨ। ਫਿਰ ਜੁੜੇ ਹੋਏ ਹਨ ਅਤੀਤ ਦੇ ਵਿੱਚ, ਜਿਹੜੇ ਹੋ ਚੁੱਕੇ ਹਨ, ਤੇ ਬੋਲ ਰਿਹਾ ਹੈ ਜਿਹੜਾ ਉਹ ਸਾਹਮਣੇ ਤੁਹਾਡੇ ਵਰਤਮਾਨ ਦੇ ਵਿੱਚ। ਉਹਨੂੰ ਕਿਵੇਂ ਸੁਣੋਗੇ? ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਡੇ ਖਿਆਲ ਵਿੱਚ ਤੇ ਉਹ ਹੀ ਬੈਠਾ ਹੋਇਆ ਹੈ। ਉਹਦੀਆਂ ਧਾਰਨਾਵਾਂ, ਉਹਦੀਆਂ ਸਿੱਖਿਆਵਾਂ, ਉਹਦੀ ਵਿਚਾਰਧਾਰਾ, ਉਹਦੇ ਦੁਆਰਾ ਤੁਸੀਂ ਕਿਵੇਂ ਸੁਣੋਗੇ ਜੋ ਹੁਣ ਮੌਜੂਦਾ ਬੋਲਿਆ ਜਾ ਰਿਹਾ? ਸੁਣ ਹੀ ਨਹੀਂ ਸਕਦੇ ਹੋ ਤੁਸੀਂ। ਸੁਣ ਥੋੜ੍ਹੀ ਰਹੇ ਹੋ। ਜਿਹੜੇ ਵੀ ਜੁੜੇ ਹੋਏ ਹਨ, ਕਿਤੇ ਵੀ ਜੁੜੇ ਹੋਏ ਹਨ ਪਿੱਛੇ, ਇਹੋ ਹੀ ਸਮੱਸਿਆ ਆਉਂਦੀ ਹੈ ਜਾਗਰਤ ਪੁਰਸ਼ ਨੂੰ। ਬਾਬਾ ਨਾਨਕ ਜੀ ਸਾਹਮਣੇ ਬੋਲ ਰਹੇ ਸਨ, ਪਰ ਜਿਹੜੇ ਸੁਣਨ ਵਾਲੇ ਸਨ ਉਹ ਜੁੜੇ ਹੋਏ ਸਨ ਪਿੱਛੇ। ਕਿਤੇ ਨਾ ਕਿਤੇ ਕੋਈ ਜੁੜਿਆ ਹੀ ਹੋਇਆ ਹੈ, ਹਰ ਇੱਕ ਜੁੜਿਆ ਹੋਇਆ। ਉਹ ਜੋੜ ਪਹਿਲਾਂ ਤੋੜਨਾ ਹੈ। ਤੋ ਜੋੜ ਨੂੰ ਤੋੜਨ ਵਾਸਤੇ ਉਹਨਾਂ ਨੂੰ ਕਹਿਣਾ ਪੈਂਦਾ ਹੈ ਜਿੱਥੇ ਤੂੰ ਜੁੜਿਆ ਹੋਇਆ ਹੈ ਉਹ ਅਸੱਤ ਹੈ। ਤੇ ਵਰਤਮਾਨ ਦੇ ਵਿੱਚ ਉਹਨਾਂ ਦੇ ਨਾਲ ਜੁੜਨਾ ਹੋਰ ਵੀ ਜ਼ਿਆਦਾ ਕਠਿਨ ਹੋ ਜਾਂਦਾ ਹੈ, ਕਿਉਂਕਿ ਪੁਰਾਣੇ ਨੂੰ ਤੋੜਨਾ ਕਠਿਨ ਹੈ। ਪੁਰਾਣੇ ਨਾਲ ਜ਼ਿਆਦਾ ਮੋਹ ਹੁੰਦਾ ਹੈ, ਕਿਉਂਕਿ ਸਾਮੂਹਿਕ ਪ੍ਰਚਾਰ ਹੁੰਦਾ ਹੈ, ਉਹਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਫਿਰ ਕਰੋੜਾਂ ਦੀ ਗਿਣਤੀ 'ਚ ਜਿੱਥੇ ਜੁੜੇ ਹੋਣ ਲੋਕ, ਉਹਨੂੰ ਛੱਡਣ ਨੂੰ ਚਿੱਤ ਥੋੜ੍ਹੀ ਕਰਦਾ ਆਦਮੀ। ਕਰੋੜਾਂ ਲੋਕ ਗਲਤ ਹੋ ਸਕਦੇ। ਇਹੋ ਹੀ ਸਮੱਸਿਆ ਆਉਂਦੀ ਹੈ। ਵੀ ਜਿੱਥੇ ਕਰੋੜਾਂ ਹੀ ਲੋਕ ਜਾਂਦੇ ਹਨ, ਜੁੜੇ ਹੋਏ ਹਨ, ਉਹਨੂੰ ਹੀ ਆਦਮੀ ਠੀਕ ਸਮਝਦਾ ਹੈ। ਤੇ ਜਿਹੜਾ ਜਾਣਦਾ ਹੈ ਉਹ ਤੇ ਸਾਹਮਣੇ ਤੁਹਾਡੇ ਕਹਿ ਰਿਹਾ ਹੈ। ਇਸੇ ਕਰਕੇ ਉਹਦੇ ਨਾਲ ਜੁੜਨਾ ਕਠਿਨ ਹੈ। ਜਿਹ ਮਾਰਗ ਪੰਡਤ ਚਲੇ ਪਾਛੇ ਪਰੀ ਵੀਰ, ਇੱਕ ਔਕਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ। ਫਿਰ ਕਬੀਰ ਜੀ ਦੇ ਨਾਲ ਕੌਣ ਜੁੜੇਗਾ? ਫਿਰ ਜਿਹੜੇ ਪਿੱਛੇ ਹੋ ਚੁੱਕੇ ਹਨ, ਉਹਨਾਂ ਦੇ ਗਾਂਹ ਜਿਹੜੇ ਸੰਯੋਜਕ ਹਨ, ਜਿਵੇਂ ਮੈਂ ਕੱਲ੍ਹ ਕਿਹਾ ਸੀ, ਅਗਰ ਕੋਈ ਚਤਰ ਹੋਵੇ, ਚਲਾਕ ਹੋਵੇ, ਜਿਹਨੂੰ ਤਰੀਕਾ ਹੋਵੇ ਪ੍ਰਚਾਰ ਕਰਨ ਦਾ, ਕਿਵੇਂ ਲੋਕਾਂ ਨੂੰ ਜੋੜਨਾ ਹੈ, ਉਹ ਜ਼ਿਆਦਾ ਜੋੜ ਲੈਂਦਾ। ਜਿਵੇਂ ਸਿਰੜੀ ਸਾਈਂ ਦੇ ਸੰਯੋਜਕ ਹਨ, ਉਹਨਾਂ ਨੇ ਦੇਖੋ ਕੈਸਾ ਪ੍ਰਚਾਰ ਕੀਤਾ।
ਕਿੰਨੇ ਲੋਕ ਜੁੜੇ ਹੋਏ ਹਨ। ਹੁਣ ਤੇ ਮੰਦਰਾਂ ਦੇ ਵਿੱਚੋਂ ਰਾਮ ਚੰਦਰ ਦੀਆਂ ਮੂਰਤੀਆਂ ਦੀ ਜਗ੍ਹਾ ਵੀ ਇਹ ਸਾਈਂ ਦੀਆਂ ਮੂਰਤੀਆਂ ਲੱਗੀ ਜਾ ਰਹੀਆਂ ਹਨ। ਬਹੁਤ ਲੋਕ ਜੁੜ ਰਹੇ ਹਨ, ਪੂਜਾ ਕਰ ਰਹੇ ਹਨ। ਅੱਜ ਹੀ ਮੈਂ ਇੱਥੇ ਉੱਪਰ ਟਹਿਲ ਰਿਹਾ ਸੀ, ਆ ਗਵਾਂਢੀ ਲਾਗੇ ਰਹਿੰਦਾ ਹੈ, ਸੂਰਜ ਨੂੰ ਪਾਣੀ ਦੇਣ ਵਾਸਤੇ ਉੱਪਰ ਆਇਆ। ਮੈਂ ਉਹਨੂੰ ਪੁੱਛਿਆ, ਉਹਨੇ ਕਿਹਾ ਵੀ ਇਹ ਤੇ ਸ਼ਰਧਾ ਦੀ ਗੱਲ ਹੈ। ਮੈਂ ਸਾਈਂ ਦਾ ਭਗਤ ਹਾਂ ਤੇ ਉਹਨਾਂ ਨੇ ਕਿਹਾ ਹੈ ਵੀ ਸ਼ਰਧਾ ਸਬੂਰੀ, ਵੀ ਸ਼ਰਧਾ ਰੱਖੋ ਤੇ ਸਬਰ ਰੱਖੋ, ਤੁਹਾਨੂੰ ਜੋ ਕੁਝ ਚਾਹੀਦਾ ਉਹ ਮਿਲੇਗਾ ਹੀ ਨਾ। ਮਿਲੂਗਾ ਨਾ ਕਦੇ ਨਾ ਕਦੇ। ਸ਼ਰਧਾ ਰੱਖੋ, ਪ੍ਰਾਰਥਨਾ ਕਰੀ ਜਾਓ। ਤੇ ਲੋਕ ਇੱਦਾਂ ਹੀ ਪ੍ਰਾਰਥਨਾ ਕਰੀ ਜਾਂਦੇ। ਕਹਿੰਦੇ ਵੀ ਹਨ ਨਾ ਧਾਰਮਿਕ ਲੋਕ ਵੀ ਪ੍ਰਮਾਤਮਾ ਘਰ ਦੇਰ ਹੈ ਅੰਧੇਰ ਨਹੀਂ। ਆਈ ਜਾਓ, ਮੱਥੇ ਟੇਕੀ ਜਾਓ, ਭੇਟਾ ਚੜਾਈ ਜਾਓ, ਪ੍ਰਾਰਥਨਾ ਕਰੀ ਜਾਓ, ਕਦੇ ਨਾ ਕਦੇ ਸੁਣੇਗਾ ਹੀ ਨਾ। ਫਿਰ ਆਦਮੀ ਦੀ ਡਿਮਾਂਡਾਂ ਤੇ ਪੂਰੀਆਂ ਹੁੰਦੀਆਂ ਹੀ ਨਹੀਂ। ਕੋਈ ਨਾ ਕੋਈ ਚਾਹਤ ਰਹਿ ਹੀ ਜਾਂਦੀ, ਇੱਛਾ ਰਹਿ ਹੀ ਜਾਂਦੀ, ਪੂਰੀਆਂ ਹੋ ਨਹੀਂ ਸਕਦੀਆਂ। ਫਿਰ ਜਦੋਂ ਰਹਿ ਜਾਂਦੀਆਂ ਹਨ, ਧਿਆਨ ਫਿਰ ਉੱਥੇ ਹੀ ਰਹਿ ਜਾਂਦਾ ਹੈ ਜਿੱਥੇ ਜੁੜਿਆ ਹੁੰਦਾ ਹੈ। ਅਤੇ ਉਹ ਮੰਦਰਾਂ ਦੇ ਬਾਹਰ ਵਾਰ ਨਹੀਂ ਬੈਠੇ ਹੁੰਦੇ ਹਨ ਜਿਹੜੇ ਭਿਖਾਰੀ ਪਾਤਰ ਲੈ ਕੇ। ਉਹ ਉਹੋ ਹੀ ਹਨ ਜਿਨ੍ਹਾਂ ਦੀਆਂ ਇੱਛਾਵਾਂ ਅਧੂਰੀਆਂ ਰਹਿ ਗਈਆਂ ਸਨ ਪਿਛਲੇ ਜਨਮ 'ਚ। ਕਿਉਂਕਿ ਧਿਆਨ ਜਿੱਥੇ ਰਹਿ ਜਾਂਦਾ ਹੈ ਉੱਥੇ ਹੀ ਆਦਮੀ ਫੇਰ ਆ ਜਾਂਦਾ ਹੈ। ਹੁਣ ਭਿਕਸ਼ਾ ਦਾ ਪਾਤਰ ਫੜ ਕੇ ਬਾਹਰ ਬੈਠੇ ਹੋਏ ਹਨ, ਮੰਗ ਰਹੇ ਹਨ, ਮੰਗਣ ਦੀ ਆਦਤ। ਅਤੇ ਜਿੱਥੇ ਤੁਸੀਂ ਜੁੜੇ ਹੋਏ ਹੋ ਅੰਤ ਸਮੇਂ ਉੱਥੇ ਹੀ ਖਿਆਲ ਰਹਿ ਜਾਂਦਾ ਹੈ। ਅਤੇ ਜਿਹੜੇ ਸਥਾਨ 'ਤੇ ਜ਼ਿਆਦਾ ਲੋਕ ਜੁੜ ਜਾਂਦੇ ਹਨ, ਉਹਨਾਂ ਦੇ ਪਿੱਛੇ ਜੋ ਸੰਯੋਜਕ ਹਨ, ਜਿਵੇਂ ਬਾਬਾ ਬਾਲਕ ਨਾਥ ਦੇ ਨਾਲ ਬਹੁਤ ਲੋਕ ਜੁੜੇ ਹੋਏ ਹਨ। ਅਤੇ ਨਾਥਾਂ ਦੇ ਤਾਂ ਬਹੁਤ ਡੇਰੇ ਹਨ ਅਤੇ ਬੜੇ ਬੜੇ ਡੇਰੇ ਵੀ ਹਨ, ਪਰ ਇੰਨੇ ਲੋਕ ਨਹੀਂ ਜੁੜੇ ਹੋਏ ਹਨ। ਪਰ ਜੋੜਨ ਵਾਸਤੇ ਪਿੱਛੇ ਪ੍ਰਚਾਰ ਕਰਨਾ ਪੈਂਦਾ ਹੈ। ਅਤੇ ਜਿਹੜਾ ਪ੍ਰਚਾਰ ਕਰਨ ਵਿੱਚ ਸਫਲ ਹੋ ਜਾਂਦਾ ਉਸ ਜਗ੍ਹਾ ਦੇ ਨਾਲ ਜ਼ਿਆਦਾ ਜੁੜ ਜਾਂਦੇ ਹਨ ਲੋਕ। ਜਿਵੇਂ ਬਿਆਸਾ ਵਾਲੇ ਹਨ, ਦੇਖੋ ਕਿੰਨੇ ਲੋਕ, ਕਿੰਨੇ ਆਸ਼ਰਮ ਉਹਨਾਂ ਦੇ ਬਣੇ ਹੋਏ ਹਨ ਜਿਨ੍ਹਾਂ ਨੂੰ ਸਤਸੰਗ ਕਹਿੰਦੇ ਹਨ। ਹਰ ਜਗ੍ਹਾ ਹੀ ਦੇਖੋ ਤੁਸੀਂ ਬਣਿਆ ਹੋਇਆ ਹੈ। ਉਹਨਾਂ ਦੇ ਪੁਰਾਣੇ ਜਿਹੜੇ ਪੈਰੋਕਾਰ ਹਨ, ਉਹਨਾਂ ਦੀ ਇੱਕ ਵੀਡੀਓ ਰਿਕਾਰਡਿੰਗ ਕਿਸੇ ਨੇ ਭੇਜੀ, ਮੈਂ ਸੁਣ ਰਿਹਾ ਸੀ। ਕੋਈ ਪੁੱਛਦਾ ਹੈ ਵੀ ਗੁਰੂ ਕੌਣ ਹੈ? ਕਿਹਨੂੰ ਗੁਰੂ ਮੰਨਣਾ ਚਾਹੀਦਾ? ਉਹਨਾਂ ਨੇ ਪਹਿਲਾਂ ਸੋਚਿਆ, ਫਿਰ ਕੁਛ ਚਿਰ ਬਾਅਦ ਕਿਹਾ ਵੀ ਗੁਰੂ ਤੇ ਸ਼ਬਦ ਹੀ ਹੈ ਨਾ। ਹੁਣ ਸ਼ਬਦ ਦੇ ਕੌਣ ਰਿਹਾ ਹੈ? ਇਹ ਹੀ ਦੇ ਰਹੇ ਹਨ। ਇਹਦਾ ਮਤਲਬ ਇਹ ਹੈ ਵੀ ਗੁਰੂ ਇਹਨਾਂ ਕੋਲ ਹੈ, ਇਹ ਲੋਕਾਂ ਨੂੰ ਗੁਰੂ ਦੇ ਰਹੇ ਹਨ।
ਸ਼ਬਦ ਤਾਂ ਇਹੋ ਹੀ ਦੇ ਰਹੇ ਹਨ, ਅਤੇ ਜਿਨ੍ਹਾਂ ਨੂੰ ਦੇ ਰਹੇ ਹਨ ਉਹ ਇਹਨਾਂ ਨੂੰ ਗੁਰੂ ਸਮਝ ਰਹੇ ਹਨ। ਸਿੱਧੇ ਤੌਰ 'ਤੇ ਨਹੀਂ ਕਹਿੰਦੇ ਹਨ। ਧਾਰਮਿਕ ਵਿਅਕਤੀ ਬਹੁਤ ਢੰਗ ਨਾਲ ਜੋੜਦਾ ਹੈ ਲੋਕਾਂ ਨੂੰ। ਬਹੁਤਿਆਂ ਨੂੰ ਬੜਾ ਤਰੀਕਾ ਹੁੰਦਾ ਹੈ। ਉਹ ਕਹਿਣਗੇ ਸਾਰਿਆਂ ਨੂੰ ਮੰਨੀ ਜਾਓ, ਉਹ ਕਿਸੇ ਦੀ ਨਿੰਦਾ ਨਾ ਕਰਨਗੇ, ਧਿਆਨ ਰੱਖਣਗੇ ਵੀ ਸਰੋਤੇ ਟੁੱਟਦੇ ਤੇ ਨਹੀਂ, ਜੋੜਨੇ ਹਨ। ਤਾਂ ਇੱਧਰ ਕੋਈ ਆਪਣੇ ਨਾਲ ਜੋੜਨ ਵਾਸਤੇ ਥੋੜ੍ਹੀ ਕਿਹਾ ਜਾ ਰਿਹਾ ਹੈ। ਇੱਥੇ ਤਾਂ ਗੱਲ ਉਲਟੀ ਹੋ ਰਹੀ ਹੈ। ਇੱਥੇ ਤਾਂ ਕਿਹਾ ਜਾ ਰਿਹਾ ਹੈ ਵੀ ਤੁਸੀਂ ਟੋਟਲ ਟੁੱਟ ਜਾਓ ਸਾਰਿਆਂ ਨਾਲ ਅਤੇ ਤੁਸੀਂ ਆਪਣੇ ਨਾਲ ਜੁੜ ਜਾਓਗੇ। ਪਰ ਇਹ ਗੱਲ ਤੁਹਾਡੀ ਸਮਝ ਵਿੱਚ ਨਹੀਂ ਆ ਰਹੀ। ਹੁਣ ਮੈਨੂੰ ਕੀ ਲੈਣਾ ਦੇਣਾ ਹੈ ਕਿਸੇ ਨਾਲ ਵੀ ਜਿਹੜੇ ਪੁਰਾਣੇ ਹੋ ਚੁੱਕੇ ਹਨ। ਕੋਈ ਸਾਈਂ ਦੇ ਭਗਤ ਹਨ, ਨਾ ਸਾਈਂ ਨਾਲ ਲੈਣਾ ਦੇਣਾ ਹੈ, ਨਾ ਬਿਆਸਾ ਵਾਲਿਆਂ ਨਾਲ, ਨਾ ਹੋਰ ਕਿਸੇ ਸਾਧੂ ਮਹਾਤਮਾ ਨਾਲ। ਜਿੰਨੇ ਵੀ ਹੋ ਚੁੱਕੇ ਹਨ ਉਹਨਾਂ ਨਾਲ ਕੋਈ ਮਤਲਬ ਥੋੜ੍ਹੀ ਹੈ। ਖਿਆਲ ਵਿੱਚ ਰੱਖਿਓ, ਜਿਹੜੇ ਸੁਣਨ ਵਾਲੇ ਹਨ ਨਾ ਉਹਨਾਂ ਨੂੰ ਖਿਆਲ ਵਿੱਚ ਰੱਖ ਕੇ ਉਹਨਾਂ ਬਾਰੇ ਕੁਛ ਕਿਹਾ ਜਾਂਦਾ ਹੈ ਜੋ ਪਿੱਛੇ ਹੋ ਚੁੱਕੇ ਹਨ। ਵੀ ਤੁਸੀਂ ਅਗਰ ਪਿੱਛੋਂ ਜਿਹੜੇ ਜੋੜ ਹਨ ਨਾ ਉਹ ਤੋੜ ਦਿਓਗੇ। ਜੇ ਤੁਸੀਂ ਚਮਤਕਾਰਾਂ ਕਰਕੇ ਜੁੜੇ ਹੋਏ ਹੋ ਪਿੱਛੇ, ਤਾਂ ਪਿੱਛੇ ਜੁੜੇ ਹੋਏ ਹੋ, ਅਤੀਤ ਦੇ ਵਿੱਚ ਕਿਸੇ ਨਾਲ ਵੀ ਜੁੜੇ ਹੋਏ ਹੋ, ਕਿਸੇ ਤੋਂ ਵੀ ਪ੍ਰਭਾਵਿਤ ਹੋ, ਮਨ ਦੇ ਤਲ 'ਤੇ ਜੁੜੇ ਹੋ, ਫਿਰ ਤੁਸੀਂ ਜੁੜੇ ਹੋਏ ਹੋ, ਤੁਹਾਡਾ ਮਨ ਜੁੜਿਆ ਹੋਇਆ। ਸੰਸਾਰ ਨਾਲੋਂ ਤਾਂ ਤੋੜਨਾ ਹੈ, ਪਰ ਹਾਵੀ ਤੋੜਨਾ ਹੈ, ਇਹ ਵੀ ਜੋੜ ਹੀ ਹੈ ਨਾ, ਮੋਹ ਦਾ ਜੋੜ। ਸਾਡੇ ਬਾਬਾ ਜੀ, ਸਾਡੇ ਗੁਰੂ, ਸਾਡੇ ਸਾਈਂ, ਸਾਡੇ ਪੀਰ, ਸਾਡੇ ਮੈਂ, ਉਹ ਮੇਰੀ ਦੇ ਨਾਲ ਜੁੜੇ, ਮੈਂ ਦੇ ਨਾਲ ਜੁੜੇ ਹੋਏ। ਤੁਸੀਂ ਆਪਣੀ ਮੈਂ ਦੇ ਨਾਲ ਹੀ ਜੁੜੇ ਹੋਏ। ਉਹਨਾਂ ਨਾਲ ਕੋਈ ਲੈਣਾ ਦੇਣਾ, ਉਹਨਾਂ ਨੂੰ ਤਾਂ ਤੁਸੀਂ ਜਾਣਦੇ ਵੀ ਨਹੀਂ ਕੌਣ ਸਨ। ਫਿਰ ਜਿਹੜਾ ਜਾਗਰਤ ਪੁਰਸ਼ ਹੁੰਦਾ ਉਹਦੇ ਵਾਸਤੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਉਹਦੇ ਵਾਸਤੇ ਤਾਂ ਸਾਰੇ ਹੀ ਇੱਕ ਹਨ। ਗੁਰੂ ਪੀਰ ਪੈਗੰਬਰ ਜਿੰਨੇ ਵੀ ਹੋਏ ਹਨ ਉਹ ਤਾਂ ਇੱਕ ਹੈ ਨਹੀਂ, ਉਹ ਤਾਂ ਸਾਰਿਆਂ ਦੇ ਵਿੱਚ ਇੱਕੋ ਹੀ ਦੇਖ ਰਿਹਾ ਹੈ। ਉਹਦੇ ਵਾਸਤੇ ਕੋਈ ਭਿੰਨ ਭੇਦ ਨਹੀਂ ਹੈ। ਖਿਆਲ ਵਿੱਚ ਰੱਖਿਓ, ਉਹ ਨਹੀਂ ਕਹਿ ਰਿਹਾ ਹੈ ਵੀ ਕੋਈ ਉੱਚਾ ਹੈ ਕੋਈ ਨੀਵਾਂ ਹੈ। ਇਹ ਵੀ ਨਹੀਂ ਕਿਹਾ ਜਾ ਰਿਹਾ ਵੀ ਤੁਸੀਂ ਵੀ ਇਹਨਾਂ ਨੂੰ ਛੱਡੋ, ਵੀ ਇਹ ਪੂਰਨ ਨਹੀਂ ਸਨ, ਵੀ ਜਿਹੜੇ ਪੂਰਨ ਸਨ ਉਹਨਾਂ ਨੂੰ ਫੜੋ ਜਿਹੜੇ ਪਿੱਛੇ ਹੋ ਚੁੱਕੇ। ਨਹੀਂ, ਭਾਵੇਂ ਕੋਈ ਅਪੂਰਨ ਹੈ, ਭਾਵੇਂ ਕੋਈ ਪੂਰਨ ਹੋ ਚੁੱਕਾ ਹੈ ਪਿੱਛੇ, ਭਾਵੇਂ ਕੋਈ ਕਬੀਰ ਜੀ ਨਾਲ ਜੁੜਿਆ ਹੋਇਆ ਹੈ ਜਾਂ ਰਵਿਦਾਸ ਜੀ ਨਾਲ ਜੁੜਿਆ ਹੈ, ਕਿਸੇ ਨਾਲ ਵੀ ਜੁੜੇ ਹੋਏ ਹੋ, ਹਰ ਇੱਕ ਨਾਲੋਂ ਟੁੱਟਣਾ ਹੈ। ਕਿਉਂਕਿ ਅਤੀਤ ਨਾਲੋਂ ਟੁੱਟੋਗੇ ਤਾਂ ਤੁਸੀਂ ਵਰਤਮਾਨ 'ਚ ਸਾਹਮਣੇ ਜੋ ਕਿਹਾ ਜਾ ਰਿਹਾ ਉਹ ਸੁਣੋਗੇ, ਨਹੀਂ ਤਾਂ ਸੁਣੋਗੇ ਹੀ ਨਹੀਂ। ਸੁਣ ਥੋੜ੍ਹੀ ਰਹੇ ਹੋ। ਜਿਹੜੇ ਪਿੱਛੇ ਜੁੜੇ ਹੋਏ ਹਨ ਸੁਣ ਹੀ ਨਹੀਂ ਰਹੇ ਹਨ। ਫਿਰ ਵਾਰ-ਵਾਰ ਕਿਹਾ ਵੀ ਗਿਆ ਹੈ ਪਿੱਛੇ ਬਹੁਤ ਵਾਰਾ। ਇਸੇ ਕਰਕੇ ਹੀ ਵਾਰ-ਵਾਰ ਐਸਾ ਕਿਹਾ ਜਾਂਦਾ ਹੈ ਤੁਹਾਡੇ ਜੋੜ ਤੋੜਨ ਵਾਸਤੇ, ਵੀ ਜਿੱਥੇ ਤੁਸੀਂ ਜੁੜੇ ਹੋਏ ਹੋ ਉੱਥੇ ਕੁਛ ਵੀ ਨਹੀਂ ਹੈ, ਹੈ ਵੀ ਕੁਛ ਨਹੀਂ। ਕਿਤੇ ਸਥਾਨ ਦੇ ਨਾਲ ਜੁੜਿਆ, ਕੋਈ ਕਿਤੇ ਜੁੜਿਆ, ਕੋਈ ਕਿਤੇ ਜੁੜਿਆ। ਹੁਣ ਪਿਛਲੇ ਜੋੜ ਤੋੜੋਗੇ ਤਾਂ ਹੀ ਸਮਝ ਪਾਓਗੇ ਨਾ ਜੋ ਸਾਹਮਣੇ ਕਿਹਾ ਜਾ ਰਿਹਾ। ਸੰਸਾਰ ਨਾਲੋਂ ਤਾਂ ਟੁੱਟਣਾ ਹੀ ਹੈ, ਇਹ ਤਾਂ ਟੁੱਟਣਾ ਔਖਾ ਹੈ ਹੀ। ਖਿਆਲ ਵਿੱਚ ਰੱਖਿਓ, ਜਿਹੜੇ ਧਾਰਮਿਕ ਭਾਵ ਹਨ ਨਾ ਤੁਹਾਡੇ, ਜਿੱਥੇ ਤੁਸੀਂ ਲਾ ਲੈਂਦੇ ਹੋ, ਉਹ ਜੋੜ ਤੋੜਨੇ ਹੋਰ ਵੀ ਔਖੇ ਹਨ, ਸਖਾਲੇ ਨਹੀਂ ਹਨ।
ਬਹੁਤ ਕਠਿਨ ਤੁਹਾਡੀਆਂ ਧਾਰਨਾਵਾਂ ਨੂੰ ਤੋੜਨਾ, ਅਤੇ ਜਿੰਨਾ ਚਿਰ ਉਹ ਟੁੱਟਦੀਆਂ ਨਹੀਂ ਹਨ ਉਹਨਾਂ 'ਚ ਤੁਸੀਂ ਵਾਸਤਵਿਕ ਦੇ ਵਿੱਚ ਅਤੀਤ ਤੋਂ ਮੁਕਤ ਨਹੀਂ ਹੋਵੋਗੇ। ਅਤੀਤ ਨਾਲ ਜੁੜਨ ਵਾਲੇ ਲੋਕ ਮੁਰਦਾ ਹੁੰਦੇ ਹਨ, ਧਾਰਮਿਕ ਲੋਕ ਮੁਰਦਾ ਹਨ, ਅਤੇ ਮੁਰਦਾ ਲੋਕ ਜੀਵਤ ਨੂੰ ਥੋੜ੍ਹੀ ਸਮਝ ਸਕਦੇ ਹਨ। ਸਾਹਮਣੇ ਜਿਹੜਾ ਜੀਵਤ ਹੈ ਤੁਹਾਡੇ, ਉਹਨੂੰ ਤੁਸੀਂ ਜੀਵਨ ਦੇ ਵਿੱਚ ਹੀ ਸਮਝ ਸਕਦੇ ਹੋ। ਅਤੇ ਜਿਹੜੇ ਪਿਛਲਿਆਂ ਨੂੰ, ਮਰੇ ਮਰਾਇਆਂ ਨੂੰ ਪੂਜ ਰਹੇ ਹਨ ਉਹ ਤਾਂ ਮੁਰਦਾ ਹੀ ਹਨ। ਮੁਰਦਿਆਂ ਨੂੰ ਪੂਜਣ ਵਾਲੇ ਮੁਰਦੇ। ਜੀਵਤ ਲਓ ਵਿਵਹਾਰ ਹੈ ਜਗ ਕੋ ਤੁਮ ਜਾਣੋ। ਸਾਹਮਣੇ ਜੀਂਦਾ ਹੈ ਜਿਹੜਾ ਜੀਵਨ ਦੇ ਵਿੱਚ ਹੈ, ਉਹਦੇ ਜੀਵਨ ਦੇ ਵਿੱਚ ਆ ਕੇ ਹੀ ਤੁਸੀਂ ਸਮਝ ਸਕਦੇ ਹੋ ਵਰਤਮਾਨ ਦੇ ਵਿੱਚ ਹੋਣ। ਅਤੇ ਖਿਆਲ ਵਿੱਚ ਰੱਖਿਓ ਜਿਹੜੇ ਵੀ ਜੁੜੇ ਹੋਏ ਹਨ, ਕਿੱਥੇ ਵੀ ਜੁੜੇ ਹੋਏ ਹਨ, ਉਹਨਾਂ ਨੂੰ ਜੋੜ ਆਖਰ ਤੋੜਨਾ ਪਵੇਗਾ। ਅਗਰ ਇਹ ਮੈਨੂੰ ਸਮਝਣਾ ਹੈ ਤਾਂ, ਇਹ ਜਾਣਨਾ ਹੈ ਤਾਂ। ਫਿਰ ਮੈਂ ਇਹ ਨਹੀਂ ਕਹਿ ਰਿਹਾ ਹੈ ਵੀ ਤੁਸੀਂ ਸਾਰੇ ਜੋੜ ਤੋੜ ਕੇ ਅਤੇ ਮੇਰੇ ਨਾਲ ਜੁੜੋ। ਤੁਸੀਂ ਜੁੜੋਗੇ ਆਪਣੇ ਨਾਲ ਹੀ, ਫਿਰ ਆਪਣੇ ਨਾਲ ਹੀ ਤਾਂ ਹੀ ਜੁੜੋਗੇ ਜੇ ਸਾਰੇ ਪਾਸੇ ਤੋਂ ਟੁੱਟੋਗੇ ਬਾਹਰੋਂ। ਅਤੇ ਤਾਂ ਹੀ ਤੁਹਾਨੂੰ ਪੂਰਨ ਵਿਸ਼ਵਾਸ ਆਵੇਗਾ, ਫਿਰ ਸ਼ਰਧਾ ਜਾਗੇਗੀ। ਪਹਿਲਾਂ ਵਿਸ਼ਵਾਸ ਆਵੇਗਾ। ਵਿਸ਼ਵਾਸ ਉਦੋਂ ਹੀ ਆਵੇਗਾ ਜੋ ਤੁਸੀਂ ਸਾਰੀਆਂ ਧਾਰਨਾਵਾਂ ਛੱਡ ਕੇ, ਪੁਰਾਣੀਆਂ ਵਿਚਾਰਧਾਰਾਵਾਂ ਛੱਡ ਕੇ, ਪੁਰਾਣੇ ਬੰਧਨ ਧਾਰਮਿਕ, ਸੰਸਾਰਿਕ, ਸਮਾਜਿਕ ਤੋੜ ਕੇ ਸਾਹਮਣੇ ਬੈਠ ਕੇ ਸੁਣੋ, ਅੱਖਾਂ 'ਚ ਅੱਖਾਂ ਪਾ ਕੇ ਦੇਖੋ, ਤਾਂ ਤੁਹਾਨੂੰ ਵਿਸ਼ਵਾਸ ਆਵੇਗਾ ਅਤੇ ਅੰਦਰ ਗਿਆਨ ਪ੍ਰਗਟ ਹੋਵੇਗਾ। ਤਾਂ ਤੁਹਾਨੂੰ ਪਤਾ ਲੱਗੇਗਾ ਵੀ ਜੋ ਕਿਹਾ ਜਾ ਰਿਹਾ ਸੀ ਠੀਕ ਸੀ। ਅਤੇ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਉਹਨਾਂ ਅੰਦਰ ਸ਼ਰਧਾ ਪੈਦਾ ਹੋ ਰਹੀ ਹੈ। ਅਤੇ ਜਿਹਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਹੈ ਨਾ, ਤੇ ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਫਿਰ ਜਿੱਥੋਂ ਪੈਦਾ ਹੋਇਆ ਸੀ ਉਹਦੇ ਵਿੱਚ ਹੀ ਸਮਾ ਜਾਂਦਾ ਹੈ।